स्टूडेंट्स ਅੱਜ ਅਸੀਂ ਕੇਸ ਡਿਸਕਸ ਕਰਨ ਲੱਗੇ ਹਾਂ ਡੀਜਨਰੇਸੀ ਦਾ। ਲਾਸਟ ਲੈਕਚਰ 'ਚ ਅਸੀਂ ਡਿਸਕਸ ਕੀਤਾ ਸੀ ਮੋਦੀ ਮੈਥਡ ਕਰਨ ਤੋਂ ਪਹਿਲਾਂ ਅਸੀਂ ਇਹ ਡਿਸਕਸ ਕੀਤਾ ਸੀ ਜਦੋਂ ਅਸੀਂ ਕੋਈ ਵੀ ਆਪਟੀਮੈਲਿਟੀ ਟੈਸਟ ਲਗਾਉਣਾ ਹੈ then we need to check out the condition of degeneracy. So now we will see कि ਅਸੀਂ ਡੀਜਨਰੇਸੀ फाइंड आउट किवें करांगे। ਅਸੀਂ ਪਹਿਲਾਂ ਵੀ ਵੈਸੇ ਡਿਸਕਸ ਕੀਤਾ ਹੋਇਆ कि ਡੀਜਨਰੇਸੀ फाइंड आउट करने ਲਈ जो कंडीशन होंदी वो ਅਸੀਂ चेक करनी है। वो कंडीशन की होंदी है that number of allocations should be equal to m plus n minus 1। ये दोनों इक्वल होने चाहिए। इधर ਅਸੀਂ देख ਲੈਂਦੇ किन्ने नंबर ऑफ एलोकेशंस है, ਕਿਹੜੇ ਸੈੱਲ ਵਿੱਚ एलोकेशन हुई है, किन्ने सेल्स है 1 2 3 4। सो किन्ने एलोकेशंस हुई हैं 4। m plus n minus 1 number of rows, m plus n number of columns minus 1। 3 rows है 3 columns है। ये अगेन ये सानू डिमांड ਦਿੱਤੀ ਹੋਈ ਹੈ ਲਾਸਟ ਵਿੱਚ ਤੇ ਲਾਸਟ ਕਾਲਮ ਵਿੱਚ ਸਾਨੂੰ ਸਪਲਾਈ ਦਿੱਤੀ ਹੋਈ। ਲਾਸਟ ਉਹ ਡਿਮਾਂਡ ਦੀ ਤੇ ਲਾਸਟ ਕਾਲਮ ਸਪਲਾਈ ਦਾ। ਇਹਨਾਂ ਨੂੰ ਨਹੀਂ ਹੈ ਅਸੀਂ ਕਾਊਂਟ ਕਰਦੇ ਨੰਬਰ ਆਫ ਰੋਜ਼ ਤੇ ਕਾਲਮਸ ਗਿਣਨ ਵਿੱਚ। ਸੋ ਬੇਸਿਕਲੀ देयर आर 3 rows and 3 columns। 3 plus 3 6 minus 1 is 5। 4 allocations है 6 minus 1 is 5। सो इट इज़ नॉट इक्वल। जो ਡੀਜਨਰੇਸੀ ਦੀ ਕੰਡੀਸ਼ਨ ਉਹ ਫੁਲਫਿਲ ਨਹੀਂ ਹੁੰਦੀ। ਸੋ ਉਹਦਾ ਮਤਲਬ ਕੀ ਹੈ इट इज़ अ केस ऑफ ਡੀਜਨਰੇਸੀ। ਡੀਜਨਰੇਸੀ ਦਾ ਅਸੀਂ ਮਤਲਬ मीनिंग पिछले ਲੈਕਚਰ ਵਿੱਚ डिस्कस कर चुके हैं। मतलब की होवेगा कि सानू एक होर एलोकेशन करनी पेगी इसनू सैटिस्फाई करनी। ਡੀਜਨਰੇਸੀ क्यों? बिकॉज ए कंडीशन ए फुलफिल हो रही। जे ए वाली कंडीशन फुलफिल हो जाती, इक्वल हो जाती तो नॉन ਡੀਜਨਰੇਟ सोल्यूशन होना सी। सो इनू नॉन ਡੀਜਨਰੇਟ विच कन्वर्ट करने लिए ए 4 नू असीं 5 बनाना। ए 4 की एलोकेशन है। ਇਹਦਾ ਮਤਲਬ ਕਿ ਸਾਨੂੰ ਇੱਕ ਹੋਰ ਐਲੋਕੇਸ਼ਨ ਕਰਨ ਦੀ ਲੋੜ ਹੈ। ਹੁਣ ਗੱਲ ਇਹ ਹੁੰਦੀ ਹੈ ਕਿ ਅਸੀਂ ਐਲੋਕੇਸ਼ਨ ਕਿਹੜੇ ਸੈੱਲ ਵਿੱਚ ਕਰੀਏ। ਹਾਊ ਡੂ ਵੀ ਨੋ ਕਿ ਉੱਥੇ ਐਲੋਕੇਸ਼ਨ ਕਰਨ ਦਾ ਫਾਇਦਾ ਹੋਏਗਾ। ਐਲੋਕੇਸ਼ਨ ਕਰਨ ਲਈ ਅਸੀਂ ਦੋ ਗੱਲਾਂ ਧਿਆਨ ਵਿੱਚ ਰੱਖਦੇ ਹਾਂ। ਫॉर मेकिंग एलोकेशन इन वन मोर सेल 2 points are to be kept in mind। ਪਹਿਲੀ ਗੱਲ ਕੀ ਹੈ, ਮੇਕ ਐਲੋਕੇਸ਼ਨ ਇਨ ਲੀਸਟ ਕੋਸਟ ਸੈੱਲ। ਅਸੀਂ ਉਹ ਵਾਲੇ ਸੈੱਲ ਵਿੱਚ ਐਲੋਕੇਸ਼ਨ ਕਰਾਂਗੇ ਜਿੱਥੇ ਸਾਡੀ ਕੋਸਟ ਲੀਸਟ ਹੋਏ। ਓਬਵੀਅਸਲੀ ਹੈ ਜਿੱਥੇ ਸਾਨੂੰ ਘੱਟ ਤੋਂ ਘੱਟ ਕੋਸਟ ਪੈਂਦੀ ਹੋਵੇਗੀ ਅਸੀਂ ਉੱਥੇ ਐਲੋਕੇਟ ਕਰਨਾ ਚਾਹਾਂਗੇ। ਸੈਕਿੰਡ ਵਨ ਇਜ਼ ਨਾਲ ਦੇ ਨਾਲ ਉਹ ਵਾਲੇ ਲੀਸਟ ਕੋਸਟ ਸੈੱਲ ਜਿਹੜਾ ਹੈ ਉਹ ਇੰਡੀਪੈਂਡੈਂਟ ਸੈੱਲ ਹੋਵੇ। ਉਹ ਜਿਹੜਾ ਲੀਸਟ ਕੋਸਟ ਸੈੱਲ ਹੈ ਉਹ ਇੰਡੀਪੈਂਡੈਂਟ ਸੈੱਲ ਵੀ ਹੋਣਾ ਚਾਹੀਦਾ। ਹੁਣ ਇੰਡੀਪੈਂਡੈਂਟ ਸੈੱਲ ਦਾ ਕੀ ਮਤਲਬ ਹੈ? ਜੇ ਅਸੀਂ ਲੀਸਟ ਕੋਸਟ ਦੇਖੀਏ, ਲੀਸਟ ਕੋਸਟ ਇੱਧਰ ਵੀ ਹੈ ਇੱਧਰ ਵੀ ਹੈ, ਬਟ ਦੋਨਾਂ ਵਿੱਚੋਂ ਅਸੀਂ ਕਿੱਥੇ ਕਰ ਸਕਦੇ ਹਾਂ ਉਹ ਕਿਵੇਂ ਪਤਾ ਲੱਗੇਗਾ ਕਿ ਕਿਹੜਾ ਇੰਡੀਪੈਂਡੈਂਟ ਸੈੱਲ ਹੈ। ਸੋ ਇੰਡੀਪੈਂਡੈਂਟ ਸੈੱਲ ਕੀ ਹੁੰਦਾ ਹੈ? ਥਰੂ ਵਿਚ ਵੀ ਕੈਨ ਨਾਟ ਫਾਰਮ ਲੂਪਸ। ਅਸੀਂ ਲਾਸਟ ਕੁਐਸਚਨ ਵਿੱਚ ਕੀਤਾ ਹੈ ਕਿ ਜਦੋਂ ਸਾਡੇ ਕੋਲ DIJ ਦੀ ਵੈਲਿਊ ਨੈਗੇਟਿਵ ਆ ਗਈ ਸੀ ਤਾਂ ਜਿਹੜਾ ਅਨਆਕੂਪਾਈਡ ਸੈੱਲ ਸੀ ਉਹਦੀ ਵੈਲਿਊ ਅਸੀਂ ਲੂਪ ਫਾਰਮ ਕਰਕੇ ਪਾਥ ਫਾਰਮ ਕਰਕੇ ਫਾਈਂਡ ਆਊਟ ਕੀਤੀ ਸੀ। ਸੋ ਜਦੋਂ ਅਸੀਂ ਉਹ ਵਾਲਾ ਲੂਪ ਨਹੀਂ ਕ੍ਰੀਏਟ ਕਰ ਪਾਉਂਦੇ ਉਹ ਵਾਲੇ ਸੈੱਲ ਨੂੰ ਅਸੀਂ ਇੱਕ ਨਵੀਂ ਵੈਲਿਊ ਐਲੋਕੇਟ ਕਰਦੇ ਹਾਂ। ਹੁਣ ਲੂਪਸ ਫਾਰਮ ਕਿਵੇਂ ਹੁੰਦੇ ਵੈਸੇ ਅਸੀਂ ਕਰ ਚੁੱਕੇ ਹਾਂ ਰਾਈਟ। ਸਟਾਰਟਿੰਗ ਫਰੋਮ ਅਨਆਕੂਪਾਈਡ ਸੈੱਲ ਐਂਡ ਐਂਡਿੰਗ ਔਨ ਅਨਆਕੂਪਾਈਡ ਸੈੱਲ। ਅਸੀਂ ਅਨਆਕੂਪਾਈਡ ਸੈੱਲ ਤੋਂ ਹੀ ਸਟਾਰਟ ਹੋਨੇ ਆ, ਅਨਆਕੂਪਾਈਡ ਸੈੱਲ ਤੇ ਹੀ ਅਨਆਕੂਪਾਈਡ ਸੈੱਲ ਤੱਕ ਹੀ ਜਾਂਦੇ ਆ। ਐਂਡ ਔਨ ਐਵਰੀ ਟਰਨ ਦੇਅਰ ਸ਼ੁੱਡ ਬੀ ਐਨ ਆਕੂਪਾਈਡ ਸੈੱਲ। ਅਸੀਂ ਕਰ ਚੁੱਕੇ ਹਾਂ। ਜੇ ਅਸੀਂ ਇੱਕ ਪੁਆਇੰਟ ਤੋਂ ਸ਼ੁਰੂ ਹੋਏ ਹਾਂ ਤਾਂ ਉੱਥੋਂ ਸ਼ੁਰੂ ਹੋ ਕੇ ਜਿੱਥੇ ਜਿੱਥੇ ਅਸੀਂ ਟਰਨ ਲੈਣਾ ਇੱਥੇ ਅਨਆਕੂਪਾਈਡ ਹੋਣਾ ਚਾਹੀਦਾ, ਇੱਥੇ ਤੱਕ ਗਏ ਇੱਥੋਂ ਟਰਨ ਲੈਣਾ ਇਹ ਵਾਲਾ ਸੈੱਲ ਆਕੂਪਾਈਡ ਹੋਣਾ ਚਾਹੀਦਾ। ਜਿੱਥੋਂ ਵੀ ਅਸੀਂ ਟਰਨ ਲਵਾਂਗੇ ਲੂਪ ਦਾ ਉਹ ਆਕੂਪਾਈਡ ਹੋਣਾ ਚਾਹੀਦਾ। ਸੋ ਜੇ ਅਸੀਂ ਉਸ ਤਰ੍ਹਾਂ ਦਾ ਲੂਪ ਨਹੀਂ ਕ੍ਰੀਏਟ ਕਰ ਸਕਦੇ ਜਿਹਦੇ ਕਾਰਨਰਸ ਤੇ ਆਕੂਪਾਈਡ ਸੈੱਲਸ ਹੋਣ ਤੇ ਅਸੀਂ ਵਾਪਸ ਅਨਆਕੂਪਾਈਡ ਸੈੱਲ ਤੇ ਨਾ ਪਹੁੰਚ ਸਕੀਏ, ਉਸ ਕੇਸ ਉਹ ਵਾਲੇ ਸੈੱਲ ਨੂੰ ਅਸੀਂ ਕੀ ਬੋਲਾਂਗੇ? ਉਸ ਕੇਸ ਵਿੱਚ ਉਹ ਵਾਲੇ ਸੈੱਲ ਨੂੰ ਕੀ ਬੋਲਾਂਗੇ? ਇੰਡੀਪੈਂਡੈਂਟ ਸੈੱਲ। ਇਹ ਥੋੜੀ ਜਿਹੀ ਇੱਕ ਦੋ ਐਗਜ਼ਾਮਪਲ ਦਿੱਤੀ ਹੈ। ਇੱਕ ਡਿਪੈਂਡੈਂਟ ਸੈੱਲ ਦੀ ਦਿੱਤੀ ਹੈ ਜਿਹਦੇ ਵਿੱਚ ਈਜ਼ੀਲੀ ਲੂਪ ਫਾਰਮ ਹੋ ਜਾਂਦਾ ਹੈ। ਇੰਡੀਪੈਂਡੈਂਟ ਸੈੱਲ ਦੀ ਐਗਜ਼ਾਮਪਲ ਜਿਹਦੇ ਵਿੱਚ ਲੂਪ ਫਾਰਮ ਨਹੀਂ ਹੁੰਦਾ। ਸੋ ਡਿਪੈਂਡੈਂਟ ਸੈੱਲ ਕਿਹੜਾ? ਸਪੋਜ਼ ਅਸੀਂ ਇੱਥੇ ਐਲੋਕੇਸ਼ਨ ਕਰਨਾ ਚਾਹੁੰਦੇ ਹਾਂ। ਸੋ ਜੇ ਅਸੀਂ ਇੱਥੇ ਐਲੋਕੇਸ਼ਨ ਕਰਨੀ ਹੈ, ਜੇ ਅਸੀਂ ਇੱਥੋਂ ਜਾਈਏ ਇੱਥੋਂ ਫਿਰ ਇੱਧਰ ਈਜ਼ੀਲੀ ਐਲੋਕੇਸ਼ਨ ਹੋ ਗਈ। ਅਸੀਂ ਅਨਆਕੂਪਾਈਡ ਸੈੱਲ ਤੋਂ ਸਟਾਰਟ ਹੋਏ। ਇਹ ਜਿਹੜੇ ਪੁਆਇੰਟਸ ਲਗਾਏ ਇਹ ਕੀ ਡਿਨੋਟ ਕਰ ਰਹੇ ਇੱਥੇ ਐਲੋਕੇਸ਼ਨ ਹੈਗੀ ਹੈ। ਸੋ ਜਿੱਥੋਂ ਜਿੱਥੋਂ ਅਸੀਂ ਟਰਨ ਲਈਏ ਉੱਥੇ ਉੱਥੇ ਆਕੂਪਾਈਡ ਸੈੱਲ ਹੈ
ਤੇ ਅਸੀਂ ਅਨਆਕੂਪਾਈਡ ਸੈੱਲ ਤੋਂ ਸ਼ੁਰੂ ਹੋਏ ਸੀ ਤੇ ਅਨਆਕੂਪਾਈਡ ਸੈੱਲ ਤੇ ਆ ਕੇ ਰੁਕ ਗਏ ਹਾਂ। ਸੋ ਇਹ ਕਿਹੜਾ ਸੈੱਲ ਹੈ? ਡਿਪੈਂਡੈਂਟ ਸੈੱਲ ਹੈ, ਜਿੱਥੇ ਲੂਪ ਈਜ਼ੀਲੀ ਕ੍ਰੀਏਟ ਹੋ ਜਾਂਦਾ। ਇੰਡੀਪੈਂਡੈਂਟ ਸੈੱਲ ਕਿਹੜਾ ਹੈ? ਜਿਹੜਾ ਮਰਜ਼ੀ ਪੁਆਇੰਟ ਲੈ ਲਓ। ਜੇ ਸਪੋਜ਼ ਅਸੀਂ ਇੱਥੇ ਇਹ ਵਾਲੇ ਸੈੱਲ ਦੀ ਵੈਲਿਊ ਫਾਈਂਡ ਆਊਟ ਕਰਨੀ ਤਾਂ ਇਧਰੋਂ ਅਸੀਂ ਚੱਲ ਤਾਂ ਪਵਾਂਗੇ, ਇੱਧਰ ਵੀ ਆ ਗਏ। ਹੁਣ ਅਨਆਕੂਪਾਈਡ ਸੈੱਲ ਤੇ ਹੀ ਅਸੀਂ ਖਤਮ ਹੋਣਾ ਹੈ। ਜੇ ਅਸੀਂ ਇਹ ਵਾਲੇ ਸੈੱਲ ਤੋਂ ਚੱਲੇ ਤਾਂ ਜੇ ਇੱਧਰੋਂ ਜੇ ਟਰਨ ਲੈ ਲਈ, ਇਹ ਅਨਆਕੂਪਾਈਡ ਹੈ। ਐਵੇਂ ਜੇ ਅਸੀਂ ਇਹਦੀ ਵੈਲਿਊ ਫਾਈਂਡ ਆਊਟ ਕਰਨੀ, ਇੱਧਰ ਅਗੇਨ ਆਕੂਪਾਈਡ ਹੈ, ਇੱਧਰੋਂ ਟਰਨ ਲਈ ਇਹ ਵੀ ਆਕੂਪਾਈਡ ਹੈ, ਬਟ ਅਗੇਨ ਅਸੀਂ ਇੱਧਰ ਆਉਣਾ ਹੈ, ਇੱਧਰ ਸਾਡੇ ਕੋਲ ਕੋਈ ਆਕੂਪਾਈਡ ਸੈੱਲ ਨਹੀਂ ਹੈਗਾ। ਇਹ ਵੀ ਐਸਾ ਸੈੱਲ ਹੈ ਜਿਹਦਾ ਲੂਪ ਨਹੀਂ ਬਣ ਸਕਦਾ। ਇੱਧਰੋਂ ਇੱਧਰ ਆਵਾਂਗੇ, ਇੱਧਰ ਆ ਸਕਦੇ ਹਾਂ, ਇੱਧਰੋਂ ਨੀਚੇ ਵੀ ਚਲੇ ਜਾਵਾਂਗੇ, ਬਟ ਅਗੇਨ ਇੱਧਰ ਕੋਈ ਆਕੂਪਾਈਡ ਸੈੱਲ ਨਹੀਂ ਹੈ। ਸੋ ਐਸੇ ਸੈੱਲਸ ਜਿਨ੍ਹਾਂ ਦਾ ਲੂਪ ਅਸੀਂ ਨਹੀਂ ਕ੍ਰੀਏਟ ਕਰ ਸਕਦੇ ਅਕੋਰਡਿੰਗਲੀ, ਉਹ ਵਾਲੇ ਸੈੱਲਸ ਨੂੰ ਅਸੀਂ ਕਹਿੰਦੇ ਹਾਂ ਇੰਡੀਪੈਂਡੈਂਟ ਸੈੱਲਸ। ਕਲੀਅਰ? ਹੁਣ ਅਸੀਂ ਉਹ ਵਾਲੇ ਸੈੱਲ ਵਿੱਚ ਐਲੋਕੇਸ਼ਨ ਕਰਨੀ ਹੈ ਆਪਣੀ ਕੰਡੀਸ਼ਨ ਨੂੰ ਸੈਟੀਸਫਾਈ ਕਰਨ ਲਈ, ਨॉन ਡੀਜਨਰੇਟ ਸੋਲੂਸ਼ਨ ਨੂੰ ਨॉन ਡੀਜਨਰੇਟ ਸੋਲੂਸ਼ਨ ਵਿੱਚ ਕਨਵਰਟ ਕਰਨ ਲਈ ਉਹ ਵਾਲੇ ਸੈੱਲ ਵਿੱਚ ਐਲੋਕੇਸ਼ਨ ਕਰਾਂਗੇ ਜਿਹੜਾ ਇੰਡੀਪੈਂਡੈਂਟ ਸੈੱਲ ਹੋਵੇ, ਜਿੱਥੋਂ ਲੂਪ ਨਾ ਬੰਦਾ ਹੋਵੇ। ਉੱਥੇ ਅਸੀਂ ਕੋਈ ਵੀ ਨਾਮ ਦੇ ਸਕਦੇ ਹਾਂ, ਕੋਈ ਵੀ ਵੈਲਿਊ ਦੇ ਸਕਦੇ ਹਾਂ, ਬਟ ਮੈਥਮੈਟਿਕਲੀ ਵੀ ਟਰਮਡ ਇਟ ਐਸ ਐਪਸੀਲੋਨ। ਐਪਸੀਲੋਨ ਦਾ ਮੈਥਮੈਟਿਕਸ ਵਿੱਚ ਮੰਨਿਆ ਜਾਂਦਾ ਹੈ that it is a smallest positive number nearest to zero। ਇਹ ਅਸੀਂ ਇਹ ਹਲੇ ਨਹੀਂ ਸਮਝ ਆਏਗਾ, ਜਦੋਂ ਕੁਐਸਚਨ ਕਰਾਂਗੇ ਉਦੋਂ ਸਮਝ ਆਏਗਾ। ਸੋ ਐਪਸੀਲੋਨ ਅਸੀਂ ਵੈਲਿਊ ਐਪਸੀਲੋਨ ਈ ਅਸਾਈਨ ਕਰ ਦਿੰਦੇ ਉਹ ਵਾਲੇ ਸੈੱਲ ਵਿੱਚ ਜਿੱਥੇ ਅਸੀਂ ਐਲੋਕੇਸ਼ਨ ਕਰਨਾ ਚਾਹੁੰਦੇ ਹਾਂ। ਸੋ ਅਕੋਰਡਿੰਗਲੀ ਜੇ ਅਸੀਂ ਮਿਨੀਮਮ ਕਾਸਟ ਦੇਖੀਏ, ਫਰਸਟ ਰੋ ਤੋਂ ਸਟਾਰਟ ਹੋਈਏ, ਇੱਥੇ ਮਿਨੀਮਮ ਕਾਸਟ ਕਿੰਨੀ ਹੈਗੀ 2 ਨੂੰ ਚੈੱਕ ਕਰ ਲੈਂਦੇ ਹਾਂ ਇਹ ਮਿਨੀਮਮ ਕਾਸਟ ਹੈ, ਇੱਥੇ ਐਲੋਕੇਸ਼ਨ ਹੋ ਸਕਦੀ ਕਿ ਨਹੀਂ। ਉਹ ਕਿਵੇਂ ਪਤਾ ਲੱਗੇਗਾ ਕਿ ਇੱਥੋਂ ਲੂਪ ਨਹੀਂ ਕ੍ਰੀਏਟ ਹੋਣਾ ਚਾਹੀਦਾ, ਇਹ ਇੰਡੀਪੈਂਡੈਂਟ ਸੈੱਲ ਹੋਣਾ ਚਾਹੀਦਾ ਹੈ। ਸੋ ਇੰਡੀਪੈਂਡੈਂਟ ਸੈੱਲ ਹੈ ਕਿ ਨਹੀਂ। ਜੇ ਸਪੋਜ਼ ਅਸੀਂ ਇੱਥੋਂ ਵੈਲਿਊ ਫਾਈਂਡ ਆਊਟ ਕਰਨੀ ਸ਼ੁਰੂ ਕਰਦੇ ਹਾਂ, ਇੱਥੋਂ ਚੱਲਦੇ ਹਾਂ, ਇੱਧਰ ਨੀਚੇ ਆ ਜਾਵਾਂਗੇ, ਇੱਧਰ ਟਰਨ ਲੈ ਲਾਂਗੇ, ਇਹ ਅਨਆਕੂਪਾਈਡ ਸੈੱਲ ਹੈ, ਸੋ ਇੱਥੋਂ ਨਹੀਂ ਲੂਪ ਬਣ ਸਕਦਾ। ਜੇ ਅਸੀਂ ਇੱਥੋਂ ਸ਼ੁਰੂ ਹੋਈ ਇਹ ਵਾਲਾ ਪਾਥ ਲਈ, ਇੱਥੇ ਨਹੀਂ ਹੈਗਾ, ਇਹ ਵੀ ਆਕੂਪਾਈਡ ਨਹੀਂ ਹੈ। ਜੇ ਸਪੋਜ਼ ਅਸੀਂ ਇੱਥੋਂ ਇੱਥੇ ਚਲੇ ਜਾਈਏ, ਇੱਥੇ ਵੀ ਨਹੀਂ ਆਕੂਪਾਈਡ ਹੈ। ਜੇ ਅਸੀਂ ਇੱਧਰੋਂ ਟਰਨ ਲੈਣਾ ਚਾਹੀਏ, ਨਹੀਂ ਹੋ ਸਕਦਾ। ਜੇ ਅਸੀਂ ਇੱਥੋਂ ਇੱਥੇ ਇੱਧਰ ਤੱਕ ਆ ਗਏ, ਉੱਪਰ ਗਏ, ਇੱਧਰ ਆਕੂਪਾਈਡ ਨਹੀਂ ਹੈ। ਸੋ ਮਤਲਬ ਅਸੀਂ ਇਹ ਵਾਲਾ ਸੈੱਲ ਲੈ ਸਕਦੇ ਹਾਂ ਜਿੱਥੇ ਫਰਸਟ ਰੋ ਵਿੱਚ ਹੀ ਮਿਨੀਮਮ ਕਾਸਟ ਅਸੀਂ ਉਸਨੂੰ ਕੰਸੀਡਰ ਕਰ ਸਕਦੇ ਹਾਂ, ਬਿਕਾਜ਼ ਦਿਸ ਇਜ਼ ਐਨ ਇੰਡੀਪੈਂਡੈਂਟ ਸੈੱਲ ਜਿੱਥੋਂ ਲੂਪ ਈਜ਼ੀਲੀ ਫਾਰਮ ਨਹੀਂ ਹੋ ਰਿਹਾ, ਲੂਪ ਫਾਰਮ ਹੀ ਨਹੀਂ ਹੋ ਰਿਹਾ, ਜੋ ਲੂਪ ਦੀ ਕੰਡੀਸ਼ਨ ਹੈ ਉਹ ਸੈਟਿਸਫਾਈ ਨਹੀਂ ਹੋ ਰਹੀ। ਸੋ ਵੀ ਵਿਲ ਟਰਮਡ ਇਟ ਐਸ ਈ। ਈ ਦਾ ਮਤਲਬ ਕਿ ਅਸੀਂ ਇੱਧਰ ਐਲੋਕੇਸ਼ਨ ਕਰ ਦਿੱਤੀ। ਹੁਣ ਕੀ ਹੈ? ਆਫਟਰ ਈ, ਆਫਟਰ allocating E, जो ए वाला सेल है C22, फर्स्ट रो सेकंड कॉलम, आफ्टर एलोकेटिंग E ए हुन सेल की बन गया ऑक्यूपाइड सेल। Therefore M plus n minus 1 has become equal to number of occupied cells, because m plus 1 3 plus 3 plus 3 plus 3 minus 1 5 number of occupied cells भी कितने हो गए। इधर से allocate कर देती वैल्यू 1 2 3 4 5 ये कंडीशन सेटिस्फाई होगी। तो इसका मतलब क्यों है कि now we have a non-degenerate solution। मतलब ਅਸੀਂ ਡੀਜਨਰੇਸੀ ਦੀ ਕੰਡੀਸ਼ਨ ਨੂੰ ਨॉन ਡੀਜਨਰੇਸੀ ਵਿੱਚ ਕਨਵਰਟ ਕਰ ਲਿਆ। ਹੁਣ ਅਸੀਂ ਮੋਦੀ ਮੈਥਡ ਜਾਂ ਆਪਟੀਮੈਲਿਟੀ ਟੈਸਟ ਅਪਲਾਈ ਕਰ ਸਕਦੇ ਹਾਂ। ਆਪਟੀਮੈਲਿਟੀ ਟੈਸਟ ਅਸੀਂ ਮੋਦੀ ਮੈਥਡ ਦੇ ਨਾਲ ਹੀ ਅਪਲਾਈ ਕਰਾਂਗੇ।
ਸੋ ਮੋਦੀ ਮੈਥਡ ਅਪਲਾਈ ਕਰਨ ਦੀ ਜੋ ਫਰਸਟ ਕੰਡੀਸ਼ਨ ਸੀ ਉਹ ਅਸੀਂ ਫੁੱਲਫਿਲ ਕਰ ਲਈ। ਨਾਓ ਨੈਕਸਟ ਵਨ ਇਜ਼ ਵੀ ਫਾਈਂਡ ਆਊਟ ਦ ਓਪਰਚੁਨਿਟੀ ਕੋਸਟ of occupied as well as unoccupied cells। so इधर ਸਾਡੇ ਕੋਲ ਕੀ ਵੈਲਿਊ ਆ ਜਾਏਗੀ, it will be e allocate ਕਰ ਦਿੱਤਾ ਨਾ ਅਸੀਂ, ਸੋ ਉਹਨੂੰ ਨੋਟ ਡਾਊਨ ਕਰ ਲੈਂਦੇ ਹਾਂ, ਇਹਨੂੰ ਵੀ ਨੀਚੇ ਨੋਟ ਡਾਊਨ ਕਰ ਲੈਣਾ। इधर 10 ਆ ਜਾਏਗਾ, ਜੋ ਉੱਪਰ e ਲਿਖਿਆ ਬਿਕਾਜ਼ ਕੁਐਸਚਨ ਸੀ ਤਾਂ ਇਹਨੂੰ ਪਹਿਲਾਂ ਕੁਐਸਚਨ ਨੂੰ ਨੋਟ ਡਾਊਨ ਕਰ ਲੈਣਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਜਿਹੜਾ ਕੁਐਸਚਨ ਸੀ ਉਹਦੇ ਵਿੱਚ ਜੋ ਸੈਕਿੰਡ ਸੈੱਲ ਸੀ ਉਹ ਵੇਕੈਂਟ ਸੀਗਾ। ਸੋ ਜਿਹੜਾ ਈ ਹੈ ਉਹਨੂੰ ਤੁਸੀਂ ਇੱਥੇ ਜਦੋਂ ਸੋਲਿਊਸ਼ਨ ਲਿਖੋਗੇ ਉਹਦੇ ਵਿੱਚ ਹੀ ਐਡ ਕਰਨਾ। ਇਧਰ ਈ ਐਡ ਕਰ ਦਾਂਗੇ ਜੋ ਅਸੀਂ ਸੈਕਿੰਡ ਸੈੱਲ ਵਿੱਚ ਕੀਤਾ ਹੈ, ਜੋ ਅਸੀਂ ਐਲੋਕੇਸ਼ਨ ਕੀਤੀ, ਰੀਐਲੋਕੇਸ਼ਨ ਕੀਤੀ ਹੈ। इधर कोई एलोकेशन नहीं है, थर्ड वन विच कोई एलोकेशन नहीं है। इधर 10 का कॉस्ट है। सॉरी, देन इधर 15 है, इधर 10 है, इधर 30 है। हुण असी ए वाले एलोकेशन से अकॉर्डिंगली वैल्यूज़ फाइंड आउट करांगे। किवें फाइंड आउट करांगे, असी फॉर्मूला ऑलरेडी कर चुके हैं। सो इट विल बी दिस फॉर्मूला CIJ इज इक्वल टू UI प्लस VJ C11। C11 की वैल्यू किवें फाइंड आउट करनी है, C11 इज 2, ये एलोकेटेड सैल है ना, दिस वन इज एलोकेटेड सैल, इसलिए पहला यदि वैल्यू फाइंड आउट कर रहे हैं। C11 2 इज इक्वल टू जिथे नंबर ऑफ एलोकेशन ज़्यादा है वो वाले रो की असी U की वैल्यू नू 0 ले लेंगे। फर्स्ट रो विच भी 2 एलोकेशनस है, सैकेंड रो विच भी 2 एलोकेशनस है। सो अस U1 नू 0 ले लेना, इत्थे V1 की वैल्यू लिखनी है, V2 की लिखनी है, V3 की लिखनी है। सो U1 0 है, सो यदा फॉर्मूला क्या हो जाएगा, 10 इज इक्वल टू 0 प्लस V1, 10 इज इक्वल सॉरी 2 इज इक्वल टू 0 प्लस V1। सो V1 की वैल्यू कितनी आ गई 2। C12 की वैल्यू की होगी, C12 की वैल्यू की होएगी, ये हुण एलोकेटेड सैल बन गया ना, इसलिए असी इहदी भी वैल्यू फाइंड आउट करांगे। इधर मिसटेक हो सकती है, जो असी डीजनरेसी की कंडीशन सैटिस्फाई की तो एलोकेटेड सैल बनाया उहदी वैल्यू भी असी कैलकुलेट करनी है। हुण इहदी अपॉर्चुनिटी इहदी सैल यूनिट कॉस्ट कितनी है 2, U1 कितना 0, V2 असी फाइंड आउट कर लांगे। 2 इज इक्वल टू U1 0 है, V2 भी कितना आ गया साडे कोल 2 आ गया। नैक्सट केड़ा ऑक्यूपाइड सैल है 2 2, 1 इज इक्वल टू U2 प्लस V2। ये हले असी नहीं फाइंड आउट कर सकते बिकॉज एक वेरीएबल की तो वैल्यू सानू चाहिए, ये असी कर सकते हैं 3 दी। इट विल बी C33 इज इक्वल टू U1 प्लस V3। U1 0 है, सॉरी U नहीं ये भी नहीं कर सकते, साडे कोल V3 दी नहीं हैगी है, जिहदे विच साडे कोल एक वैल्यू होए। V1 दी साडे कोल वैल्यू आई है 2, V2 दी आई है 2, वो इत्थे लिखे नहीं सी। सो असी V1 दी निकाल ली, V2 दी निकाल ली, V2 दी हेल्प नाल असी U2 दी निकाल लवांगे। इट विल बी 1 is equal to U2 plus 2, 1 is equal to U2 plus 2। सो U2 की वैल्यू कितनी आ गई साडे कोल -1। अगला केड़ा एलोकेटेड सैल है C31, 1 is equal to U3 plus 2, 1 is equal to U3 प्लस 2। सो U3 की वैल्यू कितनी आ गई -1। अगला एक सैल रह गया साडे कोल C33, 1 इज इक्वल टू U3, U3 की वैल्यू हमने असी निकाली है -1, U2 की असी निकाल चुके हैं -1। साडे कोल एक रह गई बस 1 इज इक्वल टू -1 प्लस V3। the formula is equal to
C33 is equal to U3 plus V3. C33 ਦੀ ਵੈਲਿਊ ਯੂਨਿਟ ਕਾਸਟ 1, U3 V3 ਦੀ ਵੈਲਿਊ ਕਿੰਨੀ ਹੈ 2, ਸੋ U3 is equal to -1. ਹੁਣ ਸਾਡੇ ਕੋਲ U1 U2 U3 ਦੀ ਵੈਲਿਊਜ਼ ਆ ਗਈਆਂ। U1 ਇੱਧਰ ਸਾਡੇ ਕੋਲ ਮਿਸਟੇਕ ਹੋ ਗਈ ਥੋੜੀ, इधर U3 ਦੀ ਵੈਲਿਊ ਨਹੀਂ ਸੀ, ਇਹਨੂੰ ਐਵੇਂ ਲਿਖ ਲੈਂਦੇ ਹਾਂ, ਠੀਕ ਹੈ, ਬਿਕਾਜ਼ ਅਸੀਂ ਇੱਥੇ V3 ਦੀ ਵੈਲਿਊ ਫਾਈਂਡ ਆਊਟ ਕਰਨੀ ਸੀ, U3 ਦੀ ਸਾਡੇ ਕੋਲ ਸੀ, ਸੋ V3 ਕਿਵੇਂ ਹੋ ਜਾਏਗੀ, C3 ਦੀ ਵੈਲਿਊ 1 ਹੈ, U3 ਦੀ ਵੈਲਿਊ ਅਸੀਂ ਨਿਕਾਲੀ ਹੋਈ ਹੈ -1, -1 मिस्टेक हो गया आई थिंक सो, -1 वेट अ मिनट, U3 है इतने प्लस आएगा बिकॉज ये प्लस विच है, प्लस U3 माइनस विच सी वो भी प्लस हो जाएगा +1, सो V3 की वैल्यू कितनी आ गई 2, ये मैं ब्रैकेट्स विच लिख देनी है स्टूडेंट्स, ये साढ़े कोल सी C33 is equal to U3 plus V3 है ना, C33 साढ़े कोल यूनिट कॉस्ट 1 है, U3 ਦੀ ਸਾਡੇ ਕੋਲ ਵੈਲਿਊ ਹੈਗੀ ਹੈ -1, V3 ਦੀ ਅਸੀਂ ਫਾਈਂਡ ਆਊਟ ਕਰਨੀ ਸੀ, ਸੋ ਜਦੋਂ ਮਾਈਨਸ ਇੱਧਰ ਜਾਵੇਗਾ ਇਹ ਹੋ ਜਾਏਗਾ 1 + 1 is equal to V3, ਸੋ V3 ਕਿੰਨਾ ਆ ਜਾਏਗਾ 2, ਸੋ ਸਾਡੇ ਕੋਲ V3 ਦੀ ਵੈਲਿਊ ਕਿੰਨੀ ਆ ਗਈ 2 ਆ ਗਈ। ਹੁਣ ਇਹ ਸਾਰੀ ਵੈਲਿਊਜ਼ ਦੀ ਹੈਲਪ ਨਾਲ ਅਸੀਂ ਜਿਹੜੇ ਅਨਐਲੋਕੇਟਡ ਸੈਲਸ ਉਹਨਾਂ ਦੀ ਵੀ ਵੈਲਿਊਜ਼ ਫਾਈਂਡ ਆਊਟ ਕਰ ਲਾਂਗੇ। D23 ਜਿਹੜਾ D23 ਸੈੱਲ ਹੈ D21 D23 ਤੇ D32 ਇਹ ਤਿੰਨ ਤੇ ਚੌਥਾ ਫਸਟ ਰੋ ਦਾ D13 ਇਹ ਸਾਰੇ ਅਨऑक्यूपाइड ਸੈਲਸ ਹੈ। क्लियर है? सो नाउ वी विल फाइंड आउट वैल्यूज। पहला से फाइंड आउट कर लेने D23 दी, D23 इज इक्वल टू C23, C23 कितनी है साढ़े को 2 है, माइनस U2 प्लस V3 -1 + 2 -1 + 2, सो D23 ਦੀ ਵੈਲਿਊ ਕਿੰਨੀ ਆ ਗਈ 1 ਆ ਗਈ। ਅਗਲਾ D32 2 ਮਾਈਨਸ ਬ੍ਰੈਕਟਸ ਵਿੱਚ -1 + 2, D32 is equal to 2 ਬ੍ਰੈਕਟਸ ਵਿੱਚ -1 + 2, D32 ਦੀ ਵੈਲਿਊ ਕਿੰਨੀ ਆ ਗਈ 1। ਹੋਰ ਕਿਹੜਾ ਹੈ, ਇਹ ਹੋ ਗਿਆ, ਇਹ ਹੋ ਗਿਆ, then is D21 4 is equal to -1 + 2, 4 is equal, sorry 4 plus 4 minus U2 कितना है साढ़े को -1 V1 है +2, सो D21 is equal to 4 minus -1 + 2 कितना हो गया 1, D21 कितना आ गया साढ़े को 3, D21 3 आ गया। देन एक और अनऑक्यूपाइड सेल है साढ़े को, दैट इज D13, D13 is equal to C13 minus U1 plus V3, so D13 is equal to C13 कितनी है वैल्यू साढ़े को 3 है, 3 माइनस U1 0 है, V3 2 है, 0 + 2 D13 ਦੀ वैल्यू कितनी आ गई 1 आ गई। 1 2 3 4 अनऑक्यूपाइड सेल्स, 1 2 3 4 ਦੀ 4 ਵੈਲਿਊਜ਼ ਅਸੀਂ ਨਿਕਾਲ ਲਈ। ਹੁਣ ਅਸੀਂ ਕੀ ਦੇਖਣਾ ਹੈ ਕਿ ਜੋ ਸਾਡੀ ਐਲੋਕੇਸ਼ਨਸ ਹੈ ਉਹ ਆਪਟੀਮਲ ਹੈ ਕਿ ਨਹੀਂ, ਜਾਂ ਰੀਐਲੋਕੇਟ ਕਰਕੇ ਸਾਡੀ ਕਾਸਟ ਰਿਡਿਊਸ ਹੋ ਸਕਦੀ ਹੈ। ਸੋ DIJ ਦੀ ਸਾਰੀ ਵੈਲਿਊਜ਼ 4 ਅਨऑक्यूपाइड ਸੈਲ ਸੀ, ਸਾਰੀ ਵੈਲਿਊਜ਼ ਪੋਜ਼ਿਟਿਵ ਆਈ ਹੈ, ਸੋ ਬਿਕੋਜ਼ all the DIJ values are
positive, so there is an optimal allocation. Therefore, transportation cost is equal to, ट्रांसपोर्टेशन कॉस्ट इससे कि मैं फाइंड आउट करेंगे, इट विल बी 2 into 10, 2 into 10 plus is equal to 2 into 10 plus 2 into E. E ਕਿਹੜੀ ਹੈ ਜਿੱਥੇ ਅਸੀਂ ਐਲੋਕੇਸ਼ਨ ਕੀਤੀ ਹੈ, 2 ਮਲਟੀਪਲਾਈ ਬਾय E. ਅਸੀਂ यूनिट कॉस्ट फाइंड आउट कर रहे हैं, ਅਸੀਂ टोटल कॉस्ट फाइंड आउट कर रहे हैं. देन 1 into 15 plus 1 into 15 plus 1 into 10 plus 1 into 30. It will come out to be 75 plus 2E. ਅਸੀਂ ਸਟਾਰਟਿੰਗ ਵਿੱਚ ਕੀਤਾ ਸੀ, ਜੋ E ਹੈ ਇਟ ਇਜ਼ ਨੀਅਰੈਸਟ ਟੂ 0, ਇਹਨੂੰ ਅਸੀਂ 0 ਹੀ ਕੰਸੀਡਰ ਕਰਦੇ ਹਾਂ, 0 ਦੇ ਬਰਾਬਰ ਹੀ ਕੰਸੀਡਰ ਕਰਦੇ ਹਾਂ. ਸੋ ਟਰਾਂਸਪੋਰਟੇਸ਼ਨ ਕਾਸਟ ਵਿਲ ਬੀ, ਬਿਕਾਜ਼ E 0 ਦੇ ਨੀਅਰੈਸਟ ਵੈਲਿਊ ਹੁੰਦੀ ਹੈ, 0 ਹੀ ਅਸੀਂ ਕੰਸੀਡਰ ਕਰਦੇ ਹਾਂ. ਸੋ ਟਰਾਂਸਪੋਰਟੇਸ਼ਨ ਕਾਸਟ ਵਿਲ ਬੀ ₹75. ਇਹ ਸਾਡਾ ਕੀ ਹੈ, optimal transportation cost, or we can say optimal solution. This is the answer. Because कोई रीएलोकेशन ਤਾਂ ਕੀਤੀ ਨਹੀਂ, ਜੋ ਅਸੀਂ E allocate ਕੀਤਾ ਸੀ that was just to satisfy the condition of optimality test. ਅਸੀਂ ਕੋਈ ਰੀਐਲੋਕੇਸ਼ਨ ਨਹੀਂ ਕੀਤੀ, ਅਸੀਂ ਤਾਂ optimality test ਲਗਾਉਣ ਤੋਂ ਪਹਿਲਾਂ ਜੋ ਉਹਦੀ ਕੰਡੀਸ਼ਨ ਹੈ ਕਿ ਕਿਸ ਸੋਲਿਊਸ਼ਨ ਤੇ ਅਸੀਂ optimality test ਲਗਾ ਸਕਦੇ ਹਾਂ, ਅਸੀਂ ਉਹ ਸੈਟੀਸਫਾਈ ਕਰਨ ਲਈ E ਐਲੋਕੇਟ ਕੀਤਾ ਸੀ. ਸੋ E ਨਾਲ ਕੋਈ ਰੀਐਲੋਕੇਸ਼ਨ ਨਹੀਂ ਹੋਈ, E ਅਸੀਂ ਜਸਟ ਐਡ ਕੀਤਾ ਸੀ ਤਾਂ ਕਿ ਅਸੀਂ optimality test ਲਗਾ ਸਕੀਏ. ਬਿਕਾਜ਼ ਯੂ ਕੈਨ ਸੀ ਜੇ ਤੁਸੀਂ E ਐਲੋਕੇਟ ਨਹੀਂ ਕਰੋਗੇ ਤਾਂ ਤੁਸੀਂ ਚਾਹੇ ਕਰਕੇ ਦੇਖ ਲੈਣਾ ਸਟੂਡੈਂਟਸ ਟਰਾਈ, you will not be able to apply the optimality test. ਸੋ ਅਸੀਂ E ਤਾਂ ਐਲੋਕੇਟ ਕੀਤਾ ਸੀ ਸੈੱਲ ਵਿੱਚ ਤਾਂ ਕਿ ਅਸੀਂ optimality test ਲਗਾ ਸਕੀਏ, ਅਦਰਵਾਈਜ਼ ਐਲੋਕੇਸ਼ਨਸ ਜੋ ਹੈ ਉਹ ਸੇਮ ਹੀ ਹੈ. ਸੋ ਜੋ ਸਾਨੂੰ ਗਿਵਨ ਸੋਲਿਊਸ਼ਨ ਦਿੱਤਾ ਹੋਇਆ ਹੈ ਇਟ ਹੈਜ਼ ਐਨ optimal solution. ਜੋ ਸਾਡੇ ਕੋਲ ਟਰਾਂਸਪੋਰਟੇਸ਼ਨ ਕਾਸਟ ਆਈ ਉਹ ਕਿੰਨੀ ਆ ਗਈ, ₹75. ਦਿਸ ਇਜ਼ ਦ ਆਨਸਰ. ਸੋ ਦਿਸ ਵਾਸ ਦ ਕੇਸ ਆਫ ਡੀਜਨਰੇਸੀ. ਇੱਕ ਹੋਰ ਗੱਲ ਦਾ ਧਿਆਨ ਰੱਖਣਾ, ਸਪੋਜ਼ ਜੇ ਇੱਥੇ ਕੋਈ ਵੀ DIJ ਦੀ ਵੈਲਿਊ ਨੈਗੇਟਿਵ ਆ ਜਾਂਦੀ, ਫਿਰ ਅਸੀਂ ਕੀ ਕਰਨਾ ਸੀ, ਫਿਰ ਉਹ ਵਾਲੇ ਸੈੱਲ ਵਿੱਚ ਦੁਬਾਰਾ ਤੋਂ ਸਾਨੂੰ ਐਲੋਕੇਸ਼ਨ ਕਰਨੀ ਪੈਣੀ ਸੀ. ਸਪੋਜ਼ ਦੇਖ ਲੈਂਦੇ ਹਾਂ ਇਹਦੇ ਵਿੱਚ, ਜੇ ਸਪੋਜ਼ ਇਹ ਵਾਲੀ D21 ਦੀ ਨੈਗੇਟਿਵ ਆ ਜਾਂਦੀ ਤਾਂ ਸਾਨੂੰ ਇੱਥੇ ਐਲੋਕੇਸ਼ਨ ਕਰਨੀ ਪੈਣੀ ਸੀ, ਉਹ ਅਸੀਂ ਲੂਪਸ ਕ੍ਰੀਏਟ ਕਰ ਲੈਂਦੇ. ਹੁਣ ਜਦੋਂ ਲੂਪਸ ਕ੍ਰੀਏਟ ਕਰਨੇ ਸੀ ਤਾਂ ਕੁਛ ਵੈਲਿਊ E ਵਿੱਚ ਪਲੱਸ ਹੋਣੀ ਸੀ, ਕੁਛ ਵੈਲਿਊ E ਵਿੱਚ ਮਾਈਨਸ ਹੋਣੀ ਸੀ. ਮਤਲਬ ਫਿਰ ਇੱਧਰ ਵੈਲਿਊ ਕੀ ਆਣੀ ਸੀ ਜਿੱਥੇ ਅਸੀਂ E ਲਿਖਿਆ ਹੋਇਆ. ਹੁਣੇ ਜੋ ਅਸੀਂ ਸਮਝਿਆ ਕੁਐਸਚਨ ਦੈਟ ਵਾਸ ਜਸਟ ਫॉर ਦ ਪਰਪਸ ਆਫ ਨੋਇੰਗ ਕਿ ਡੀਜਨਰੇਸੀ ਕੀ ਹੁੰਦੀ, ਡੀਜਨਰੇਸੀ ਨੂੰ ਅਸੀਂ ਕਿਵੇਂ ਰਿਮੂਵ ਕਰ ਸਕਦੇ ਹਾਂ. ਹੁਣ ਡੀਜਨਰੇਸੀ ਦਾ ਕੇਸ ਸੀ, ਸਪੋਜ਼ ਜੋ ਸਾਡੇ ਕੋਲ ਫਸਟ ਸਟੈਪ 'ਤੇ ਆਨਸਰ ਆਉਂਦਾ ਹੈ, ਜੋ ਫਸਟ ਸਟੈਪ ਦੀ ਓਪਰਚੁਨਿਟੀ ਕਾਸਟ ਆਉਂਦੀ ਹੈ ਅਨਐਲੋਕੇਟਿਡ ਸੈਲਸ ਦੀ, ਉਹ ਸਪੋਜ਼ ਇਹ ਵਾਲੇ ਸੈੱਲ ਦੀ ਨੈਗੇਟਿਵ ਆ ਗਈ. ਹੁਣ ਅਸੀਂ ਇੱਥੇ ਐਲੋਕੇਸ਼ਨ ਕਰਨੀ ਹੈ, ਇੱਥੇ ਐਲੋਕੇਸ਼ਨ ਕਰਨ ਲਈ ਸਾਨੂੰ ਕੀ ਹੈ, ਇੱਥੋਂ ਮਾਈਨਸ ਕਰਨਾ ਪਏਗਾ, ਇੱਥੇ ਕੁਝ ਪਲੱਸ ਕਰਨਾ ਪਏਗਾ. ਜੇ ਅਸੀਂ ਐਵੇਂ ਲੂਪਿੰਗ ਕਰਦੇ ਹਾਂ, ਇੱਥੇ ਮਾਈਨਸ ਕਰਾਂਗੇ, ਇੱਥੇ ਪਲੱਸ ਕਰਾਂਗੇ, ਇੱਥੇ ਮਾਈਨਸ ਕਰਾਂਗੇ, ਐਵੇਂ ਲੂਪ ਕ੍ਰੀਏਟ ਕਰ ਲੈਣਾ ਸੀ. ਜੇ ਸਪੋਜ਼ ਇਹਦੀ ਸਾਡੇ ਕੋਲ ਕਾਸਟ ਨੈਗੇਟਿਵ ਆਉਂਦੀ, ਹੁਣ ਇਹਦੇ ਵਿੱਚ ਜੇ ਕੁਝ ਪਲੱਸ ਕਰਨਾ, ਸਪੋਜ਼ ਇੱਧਰ ਆਉਂਦਾ ਕਿ +5 ਕਰੋ ਜਾਂ +10 ਕਰਨਾ, ਫਿਰ ਇੱਧਰ ਕੀ ਵੈਲਿਊ ਚੇਂਜ ਹੋਣੀ ਸੀ ਜਾਂ ਕੋਈ ਵੈਲਿਊ ਆਉਣੀ ਸੀ ਜਾਂ ਨਹੀਂ ਆਉਣੀ ਸੀ. E+10 ਲਿਖਣਾ ਸੀ. ਉਹਦੇ ਲਈ ਕੀ ਹੈ, ਐਪਸੀਲੋਨ ਦੀ ਪ੍ਰੋਪਰਟੀ ਯਾਦ ਰੱਖਣੀ ਹੈ. ਐਪਸੀਲੋਨ ਦੀ ਪ੍ਰੋਪਰਟੀਜ਼ ਕੀ ਕਹਿੰਦੀ, E ਵਿੱਚ ਤੁਸੀਂ ਕੋਈ ਵੀ ਨੰਬਰ ਐਡ ਕਰੋਗੇ ਉਹੀ ਵਾਲਾ ਨੰਬਰ ਹੋਵੇਗਾ, E ਵਿੱਚੋਂ ਕੋਈ ਵੀ ਮਾਈਨਸ ਕਰੋਗੇ ਉਹੀ ਵਾਲਾ ਨੰਬਰ ਆਏਗਾ, ਬਿਕਾਜ਼ ਇਟ ਇਜ਼ ਅ ਸਮੋਲੈਸਟ ਪੋਜ਼ਿਟਿਵ ਨੰਬਰ ਨੀਅਰੈਸਟ ਟੂ 0. ਅਸੀਂ 0 ਹੀ ਕੰਸੀਡਰ ਕਰਕੇ ਚੱਲਦੇ ਹਾਂ. ਸੋ ਅਸੀਂ ਕੋਈ ਵੀ ਵੈਲਿਊ E ਵਿੱਚ ਐਡ ਕਰੀਏ ਜਾਂ ਕੋਈ ਵੀ ਵੈਲਿਊ E ਵਿੱਚੋਂ ਮਾਈਨਸ ਕਰੀਏ ਉਹੀ ਸੇਮ ਵੈਲਿਊ ਆਏਗੀ. ਪਲੱਸ ਹੋਰ ਕੀ ਹੈ,
जे ई माइनस ई सपोज सानू दो एलोकेशनस करनियां पैंदियां तां लूपिंग वेले साडे कोल ई माइनस ई वैल्यू आ रही होवे फिर असी की है जे ई माइनस ई एलोकेशन कर लगे कोई भी ऐसा केस क्रिएट होंदा है जिथे ई माइनस ई हो रहा होवे वो जीरो होवेगा ई प्लस ई विल बी ई ओनली ठीक है ई माइनस ई जीरो ई प्लस ई इज इक्वल टू ई ओनली ई प्लस एनी नंबर वो नंबर होएगा ई माइनस एनी नंबर वो नंबर होएगा एक कुछ प्रॉपर्टीज़ ई दी याद रखनी है जे कोई ਅਸੀਂ ਨੰਬਰ e ਨਾਲ ਮਲਟੀਪਲਾਈ ਕਰ ਰਹੇ ਹਾਂ ਦੈਨ ਇਟ ਵਿਲ ਬੀ 0 ਬਿਕਾਜ਼ 0 ਨਾਲ ਅਸੀਂ ਕੁਝ ਮਲਟੀਪਲਾਈ ਕਰੀਏ ਉਹ 0 ਆਉਂਦਾ ਸੋ ਦਿਸ ਵਾਸ ਦ ਕੇਸ ਆਫ ਡੀਜਨਰੇਸੀ ਓਕੇ ਥੈਂਕ ਯੂ